ਹੈਲੋ ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਪਿਆਰੇ ਵਿਦਿਆਰਥੀਓ, ਇਹ ਵੀਡੀਓ +2 ਪੋਲੀਟੀਕਲ ਸਾਇੰਸ ਦੇ ਵਿਦਿਆਰਥੀਆਂ ਲਈ ਹੈ। ਤੁਹਾਨੂੰ ਪਤਾ ਅਸੀਂ ਅੱਜ ਆਪਾਂ ਮੌਕ ਟੈਸਟ ਲਿਆ ਵੈ +2 ਪੋਲੀਟੀਕਲ ਸਾਇੰਸ ਦੇ ਵਿਦਿਆਰਥੀਆਂ ਦਾ। ਅੱਜ 10 ਮਾਰਚ 2021 ਨੂੰ ਲਾਈਵ ਟੈਸਟ ਸੀਗਾ YouTube 'ਤੇ। ਅਤੇ ਪਿਆਰੇ ਵਿਦਿਆਰਥੀਓ, ਆਓ ਆਪਾਂ ਇੱਕ ਵਾਰ ਡਿਟੇਲ ਵਿੱਚ ਇਹ ਕੁਐਸਚਨ ਦੁਬਾਰਾ ਪੜ੍ਹ ਲੈਂਦੇ ਹਾਂ ਤਾਂ ਕਿ ਤੁਸੀਂ ਇਹਨਾਂ ਦੇ ਉੱਤਰ ਬੜੇ ਸਾਫ਼ ਸਿੱਧੇ ਸਪਸ਼ਟ ਸਮਝ ਪਾਓ। ਸੋ PDF ਰਾਹੀਂ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਜਿਹੜੇ ਕੁਐਸਚਨ ਆਪਾਂ ਅੱਜ ਮੌਕ ਟੈਸਟ ਵਿੱਚ ਪੁੱਛੇ ਸੀ, ਉਹੀ ਟੈਸਟ ਜਿਹੜੇ ਕੁਐਸਚਨ ਨੇ ਉਹ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ। ਸੋ ਸਭ ਤੋਂ ਪਹਿਲਾ ਪ੍ਰਸ਼ਨ ਆਪਾਂ ਪੁੱਛਿਆ ਸੀਗਾ ਕੁਝ ਪ੍ਰਸ਼ਨ ਐਕਸਟਰਾ ਵੀ ਹੈਗੇ ਨੇ ਇਹਦੇ ਵਿੱਚ। ਦਾ ਪ੍ਰੋਸੈਸ ਆਫ ਗੌਰਮੈਂਟ ਨਾਂ ਦੀ ਪੁਸਤਕ ਦਾ ਲੇਖਕ ਕੌਣ ਹੈ? ਇਹ ਬੇਟਾ ਜੀ ਆਰਥਰ ਬੈਂਟਲੇ ਨੇ ਲਿਖੀ ਸੀ। ਦੂਜਾ ਪ੍ਰਸ਼ਨ ਸੀਗਾ ਕਾਰਲ ਮਾਰਕਸ ਦੀਆਂ ਮਹਾਨ ਰਚਨਾਵਾਂ। ਸਾਮਵਾਦੀ ਘੋਸ਼ਣਾ ਪੱਤਰ ਯਾਨੀ ਕਿ ਕਮਿਊਨਿਸਟ ਮੈਨੀਫੈਸਟੋ, ਦਾਸ ਕੈਪੀਟਲ, ਮੁੱਲ, ਕੀਮਤ ਅਤੇ ਲਾਭ। ਠੀਕ ਹੈ ਜੀ। ਕਾਸਟ, ਪ੍ਰਾਈਸ ਐਂਡ ਪ੍ਰੋਫਿਟ ਨਾਂ ਦੀ ਬੁੱਕ ਹੈ ਜਿਹੜੀ। ਇਹ 3 ਕਿਤਾਬਾਂ ਮਹਾਨ ਰਚਨਾਵਾਂ ਕਾਰਲ ਮਾਰਕਸ ਦੀਆਂ ਸੀਗੀਆਂ। ਉਸ ਤੋਂ ਬਾਅਦ ਅਗਲਾ ਮਹਾਤਮਾ ਗਾਂਧੀ ਜੀ ਦਾ ਜਨਮ ਕਦੋਂ ਹੋਇਆ? ਗਾਂਧੀ ਜੀ ਦਾ ਜਨਮ 2 ਅਕਤੂਬਰ 1869 'ਚ ਹੋਇਆ। ਅਗਲਾ ਪ੍ਰਸ਼ਨ ਬਿਊਰੋ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਬਿਊਰੋ ਦਾ ਲਿਖਣ ਵਾਲਾ ਡੈਸਕ। ਪੰਜਵਾਂ ਪ੍ਰਸ਼ਨ ਪੰਚਾਇਤੀ ਰਾਜ ਸੰਸਥਾਵਾਂ ਦੇ ਕਾਰਜ ਕਿਸ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ? 11ਵੀਂ ਅਨੁਸੂਚੀ 'ਚ। ਪਿਆਰੇ ਵਿਦਿਆਰਥੀ, ਇਹ ਪ੍ਰਸ਼ਨ ਬਹੁਤ ਇੰਪਾਰਟੈਂਟ ਨੇ, ਫਾਈਨਲ ਐਗਜ਼ਾਮ ਨੂੰ ਧਿਆਨ 'ਚ ਰੱਖ ਕੇ ਲਿਖੇ ਗਏ ਨੇ, ਬਣਾਏ ਗਏ ਨੇ। ਸੋ ਤੁਸੀਂ ਜ਼ਰੂਰ ਇਹਨਾਂ ਨੂੰ ਸਟੱਡੀ ਕਰਨਾ। ਅਗਲਾ ਪ੍ਰਸ਼ਨ ਹੈਗਾ ਭਾਰਤੀ ਜਨਤਾ ਪਾਰਟੀ ਦੇ ਵਰਤਮਾਨ ਪ੍ਰਧਾਨ ਕੌਣ ਨੇ? JP ਨੱਡਾ ਨੇ। ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਅਧੀਨ ਚੋਣ ਆਯੋਗ ਦੀ ਵਿਵਸਥਾ ਕੀਤੀ ਗਈ ਹੈ? ਧਾਰਾ 324। ਜੇ 324 ਤੋਂ 329 ਲਿਖ ਦਿਓ ਤਾਂ ਵੀ ਠੀਕ ਹੈ। 6ਵਾਂ ਪ੍ਰਸ਼ਨ ਭਾਰਤ ਵਿੱਚ ਰਾਸ਼ਟਰੀ ਏਕੀਕਰਨ ਪ੍ਰੀਸ਼ਦ ਦਾ ਨਿਰਮਾਣ ਕਦੋਂ ਕੀਤਾ ਗਿਆ? 1961 ਵਿੱਚ। 7ਵਾਂ ਪ੍ਰਸ਼ਨ ਭਾਰਤੀ ਸਾਮਵਾਦੀ ਦਲ ਯਾਨੀ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ 2 ਭਾਗਾਂ ਵਿੱਚ ਵੰਡ ਕਦੋਂ ਹੋਈ? 1964 ਵਿੱਚ। 8ਵਾਂ ਪ੍ਰਸ਼ਨ ਭਾਰਤ ਦੀ ਵਿਦੇਸ਼ ਨੀਤੀ ਨਾਲ ਸੰਬੰਧਿਤ ਸਿਧਾਂਤ ਦਾ ਵਰਣਨ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਕੀਤਾ ਗਿਆ? ਚੌਥੇ ਭਾਗ ਵਿੱਚ, ਆਰਟੀਕਲ 51 ਵਿੱਚ। ਸੰਯੁਕਤ ਰਾਸ਼ਟਰ ਸੰਘ ਦਾ ਚਾਰਟਰ ਕਦੋਂ ਹੋਂਦ ਵਿੱਚ ਆਇਆ? ਐਕਚੁਅਲੀ ਇਹਦੇ ਉੱਪਰ ਚਾਰਟਰ ਕਦੋਂ ਯਾਨੀ ਕਿ ਸੰਯੁਕਤ ਰਾਸ਼ਟਰ ਕਦੋਂ ਹੋਂਦ ਵਿੱਚ ਆਇਆ, ਪ੍ਰਸ਼ਨ ਇਹ ਸੀਗਾ। ਸੋ ਇਹਦਾ ਸਹੀ ਉੱਤਰ ਸੀਗਾ 1945 'ਚ। ਜੇ ਚਾਰਟਰ ਕਿਹਾ ਜਾਏ ਤਾਂ 1945 ਵੀ ਉੱਤਰ ਸਹੀ ਹੈ, ਕਿਉਂਕਿ ਜੂਨ 1945 ਵਿੱਚ ਚਾਰਟਰ 'ਤੇ ਜ਼ਿਆਦਾਤਰ ਦੇਸ਼ਾਂ ਨੇ ਸਾਈਨ ਕੀਤੇ ਸੀ। 24 ਅਕਤੂਬਰ 1945 ਨੂੰ ਸੰਯੁਕਤ ਰਾਸ਼ਟਰ ਹੋਂਦ ਵਿੱਚ ਆਇਆ ਸੀ। ਓਕੇ ਜੀ। ਨੈਕਸਟ ਕੁਐਸਚਨ ਹੈਗਾ ਨੇਪਾਲ ਨੂੰ ਧਰਮ ਨਿਰਪੱਖ ਸੰਘਾਤਮਕ ਲੋਕਤੰਤਰੀ ਗਣਰਾਜ ਘੋਸ਼ਿਤ ਕਦੋਂ ਕੀਤਾ ਗਿਆ? 2008 ਵਿੱਚ। ਅਗਲਾ ਪ੍ਰਸ਼ਨ ਉਚਿਤਤਾਪੂਰਨ ਸ਼ਕਤੀ ਦਾ ਪ੍ਰਯੋਗ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਹੈ। ਨੈਕਸਟ ਕੁਐਸਚਨ ਹੈ ਭਾਰਤ ਵਿੱਚ ਸਿਵਲ ਸੇਵਾਵਾਂ ਵਿੱਚ ਭਾਗ ਲੈਣ ਦੀ ਉਮਰ 21 ਸਾਲ ਹੈ। 13ਵਾਂ ਪ੍ਰਸ਼ਨ ਡੈਸ਼ ਧਰਮ ਸੰਪਰਦਾਇਕਤਾ ਦੀ ਜੜ ਹੈ। ਐਕਚੁਅਲੀ ਇਹਦਾ ਆਨਸਰ ਡੈਸ਼ ਸੀਗਾ ਅਤੇ ਧਰਮ ਹੈ ਜਿਹੜਾ ਧਰਮ ਸੰਪਰਦਾਇਕਤਾ ਦੀ ਜੜ ਹੈ। 14ਵਾਂ ਪ੍ਰਸ਼ਨ ਭਾਰਤ ਸੁਰੱਖਿਆ ਪ੍ਰੀਸ਼ਦ ਦਾ 10 ਵਾਰ ਅਸਥਾਈ ਮੈਂਬਰ ਰਹਿ ਚੁੱਕਾ ਹੈ। 10 ਵਾਰ ਭਾਰਤ ਜਿਹੜਾ ਇਹਦਾ ਅਸਥਾਈ ਮੈਂਬਰ ਰਹਿ ਚੁੱਕਾ ਹੈ। ਇਹ ਗਲਤ ਹੈ ਕਿਉਂਕਿ ਜ਼ਿਆਦਾ ਵਾਰ ਇਸ ਤੋਂ ਘੱਟ ਵਾਰ ਰਿਹਾ ਵਾ। ਠੀਕ ਹੈ। 15ਵਾਂ ਪ੍ਰਸ਼ਨ ਮਾਰਕਸ ਰਾਜ ਨੂੰ ਕੁਦਰਤੀ ਸੰਸਥਾ ਮੰਨਦੇ ਹਨ। ਗਲਤ ਹੈ ਇਹ। ਕਾਰਲ ਮਾਰਕਸ ਰਾਜ ਨੂੰ ਕੁਦਰਤੀ ਸੰਸਥਾ ਨਹੀਂ ਹੈ, ਸਗੋਂ ਇੱਕ ਸ਼ੋਸ਼ਣ ਕਰਨ ਵਾਲੀ ਸੰਸਥਾ ਮੰਨਦਾ। ਦਬਾਓ ਸਮੂਹ ਗੈਰ ਰਸਮੀ ਸੰਗਠਨ ਹੁੰਦੇ ਹਨ। ਇਹ ਬਿਲਕੁਲ ਸਹੀ ਹੈ, ਦਬਾਓ ਸਮੂਹ ਗੈਰ ਰਸਮੀ ਸੰਗਠਨ ਹੁੰਦੇ ਨੇ। 17ਵਾਂ ਹੈ ਸੰਵਿਧਾਨ ਕਿਸ ਧਾਰਾ ਰਾਹੀਂ ਚੋਣ ਆਯੋਗ ਦੀ ਵਿਵਸਥਾ ਕੀਤੀ ਗਈ ਹੈ? ਧਾਰਾ 324। ਤਾਸ਼ਕੰਦ ਸਮਝੌਤੇ ਕਦੋਂ ਹੋਇਆ? ਤਾਸ਼ਕੰਦ ਸਮਝੌਤਾ ਜਿਹੜਾ 1966 ਵਿੱਚ ਹੋਇਆ। ਅਗਲਾ ਪ੍ਰਸ਼ਨ ਕੁਝ ਪ੍ਰਸ਼ਨ ਬੱਚਿਓ ਐਕਸਟਰਾ ਨੇ ਜਿਹੜੇ ਲਾਈਵ ਵਿੱਚ ਨਹੀਂ ਪੁੱਛੇ ਜਾ ਸਕੇ, ਉਹ ਇਹਦੇ ਵਿੱਚ ਹੈਗੇ ਨੇ।
ਭਾਰਤ ਸੰਯੁਕਤ ਰਾਸ਼ਟਰ ਦਾ ਮੁੱਢਲਾ ਮੈਂਬਰ ਕਦੋਂ ਬਣਿਆ? ਭਾਰਤ ਸੰਯੁਕਤ ਰਾਸ਼ਟਰ ਦਾ ਮੁੱਢਲਾ ਮੈਂਬਰ 24 ਅਕਤੂਬਰ 1945 ਨੂੰ ਬਣਿਆ, ਕਿਉਂਕਿ ਸੰਯੁਕਤ ਰਾਸ਼ਟਰ ਹੀ 24 ਅਕਤੂਬਰ 1945 ਨੂੰ ਬਣਿਆ। ਠੀਕ ਹੈ। ਜੇਕਰ ਇਹ ਪ੍ਰਸ਼ਨ ਪੁੱਛਿਆ ਜਾਏ ਵੀ ਭਾਰਤ ਨੇ ਚਾਰਟਰ ਤੇ ਦਸਤਖਤ ਕਦੋਂ ਕੀਤੇ, ਉਹਦਾ ਉੱਤਰ 26 ਜੂਨ 1945 ਹੈ। 20ਵਾਂ ਪ੍ਰਸ਼ਨ, ਮਹਾਤਮਾ ਗਾਂਧੀ ਦਾ ਜਨਮ ਕਦੋਂ ਹੋਇਆ? 2 ਅਕਤੂਬਰ 1945। ਗਲਤ ਲਿਖਿਆ ਇੱਥੇ, 2 ਅਕਤੂਬਰ 1869 ਨੂੰ ਮਹਾਤਮਾ ਗਾਂਧੀ ਜੀ ਦਾ ਜਨਮ ਹੋਇਆ। ਅਗਲਾ ਪ੍ਰਸ਼ਨ ਹੈ ਡੇਵਿਡ ਈਸਟਨ ਡੇਵਿਡ ਈਸਟਨ ਦੁਆਰਾ ਲਿਖੀ ਗਈ ਪੁਸਤਕ ਰਾਜਨੀਤਿਕ ਪ੍ਰਣਾਲੀ ਕਦੋਂ ਪ੍ਰਕਾਸ਼ਿਤ ਹੋਈ? 1953 ਵਿੱਚ। 22ਵਾਂ, ਨੌਕਰਸ਼ਾਹੀ ਦਾ ਦੂਜਾ ਨਾਂ ਕੀ ਹੈ? ਅਸੈਨਿਕ ਸੇਵਾਵਾਂ। ਉਸ ਤੋਂ ਅਗਲਾ ਪ੍ਰਸ਼ਨ ਹੈ ਜੀ, ਸਭ ਦੇ ਲਈ ਸਿੱਖਿਆ ਦੇ ਉਦੇਸ਼ ਲਈ ਭਾਰਤੀ ਸੰਵਿਧਾਨ 86ਵੀਂ ਸੋਧ ਕਦੋਂ ਕੀਤੀ ਗਈ? ਇਹ 2002 ਵਿੱਚ ਸੋਧ ਕੀਤੀ ਗਈ ਸੀ। 2002 ਦਾ ਉੱਤਰ ਹੈ 86ਵੀਂ ਸੋਧ ਦਾ। ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਹੈ। ਮੈਕਮੋਹਨ ਰੇਖਾ ਦਾ ਸੰਬੰਧ ਕਿਹੜੇ ਦੋ ਦੇਸ਼ਾਂ ਨਾਲ ਹੈ? ਭਾਰਤ ਅਤੇ ਚੀਨ। ਮੈਕਮੋਹਨ ਰੇਖਾ ਦਾ ਸੰਬੰਧ ਭਾਰਤ ਅਤੇ ਚੀਨ ਨਾਲ ਹੈ। ਅਗਲਾ ਪ੍ਰਸ਼ਨ, ਵਰਤਮਾਨ ਸਮੇਂ ਸੰਯੁਕਤ ਰਾਸ਼ਟਰ ਦੇ ਕੁੱਲ ਕਿੰਨੇ ਮੈਂਬਰ ਹਨ? 193 ਦੇਸ਼ ਅੱਜ ਕੱਲ੍ਹ ਮੈਂਬਰ ਨੇ। 26ਵਾਂ, ਤਾਸ਼ਕੰਦ ਸਮਝੌਤਾ ਕਿਹਨਾਂ ਦੋ ਦੇਸ਼ਾਂ ਵਿਚਕਾਰ ਹੋਇਆ? ਭਾਰਤ ਅਤੇ, ਇੱਥੇ ਚੀਨ ਲਿਖਿਆ ਐਕਚੁਅਲੀ, ਭਾਰਤ ਅਤੇ ਪਾਕਿਸਤਾਨ। ਤਾਸ਼ਕੰਦ ਸਮਝੌਤਾ ਭਾਰਤ ਅਤੇ ਇੰਡੀਆ ਐਂਡ ਪਾਕਿਸਤਾਨ, ਇੰਡੀਆ ਅਤੇ ਪਾਕਿਸਤਾਨ ਦਰਮਿਆਨ ਜਿਹੜਾ ਵਾ ਇਹ ਸਮਝੌਤਾ ਹੋਇਆ। ਠੀਕ ਹੈ ਜੀ, ਤਾਸ਼ਕੰਦ ਸਮਝੌਤਾ। ਕਈ ਵਾਰ ਟਾਈਪਿੰਗ 'ਚ ਮਿਸਪ੍ਰਿੰਟਿੰਗ ਹੋ ਜਾਂਦੀ ਬੱਚਿਓ। 27ਵਾਂ ਪ੍ਰਸ਼ਨ, ਨਿਯਮ ਬਣਾਉਣ ਦਾ ਰਾਜਨੀਤਿਕ ਪ੍ਰਣਾਲੀ ਦਾ ਨਿਕਾਸ ਕਾਰਜ ਹੈ। ਨਿਯਮ ਬਣਾਉਣਾ ਰਾਜਨੀਤਿਕ ਦਾ ਨਿਕਾਸ ਕਾਰਜ ਹੈ। ਰਾਜਨੀਤਿਕ ਕਾਰਜਪਾਲਿਕਾ ਦਾ ਕਾਰਜਕਾਲ 5 ਸਾਲ ਹੁੰਦਾ ਜ਼ਿਆਦਾਤਰ ਦੇਸ਼ਾਂ ਵਿੱਚ। ਹਾਲਾਂਕਿ ਅਮਰੀਕਾ ਦਾ ਰਾਸ਼ਟਰਪਤੀ ਜਿਹੜਾ ਵਾ ਉਹ 4 ਸਾਲ ਲਈ ਚੁਣਿਆ ਜਾਂਦਾ ਵਾ। 29ਵਾਂ ਪ੍ਰਸ਼ਨ, ਆਮ ਆਦਮੀ ਪਾਰਟੀ ਖੇਤਰੀ ਦਲ ਹੈ। ਆਮ ਆਦਮੀ ਪਾਰਟੀ ਜਿਹੜੀ ਆ ਉਹ ਇੱਕ ਰੀਜਨਲ ਪਾਰਟੀ ਹੈ, ਨੈਸ਼ਨਲ ਪਾਰਟੀ ਨਹੀਂ ਹੈ। 30ਵਾਂ ਪ੍ਰਸ਼ਨ, ਕਾਂਗਰਸ ਪਾਰਟੀ ਦੇ ਵਰਤਮਾਨ ਪ੍ਰਧਾਨ ਕੌਣ ਹਨ? ਸੋਨੀਆ ਗਾਂਧੀ ਹਨ ਕਾਂਗਰਸ ਪਾਰਟੀ ਦੇ ਵਰਤਮਾਨ ਪ੍ਰਧਾਨ। 31ਵਾਂ ਪ੍ਰਸ਼ਨ, ਚੋਣ ਯੋਗ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੈ? ਚੋਣ ਯੋਗ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਹੈ ਜਾਂ 65 ਸਾਲ, ਜੋ ਵੀ ਪਹਿਲੇ ਹੋ ਜਾਏ। ਜਾਂ 6 ਸਾਲ ਕਾਰਜਕਾਲ ਹੋ ਜਾਏ ਜਾਂ 65 ਸਾਲ ਉਮਰ ਪਹਿਲੇ ਹੋ ਜਾਏ, ਉਦੋਂ ਹੀ ਉਹਨੂੰ ਰਿਟਾਇਰ ਹੋਣਾ ਪਵੇਗਾ। 32ਵਾਂ ਪ੍ਰਸ਼ਨ, ਚੀਨ ਨੇ ਭਾਰਤ 'ਤੇ ਕਦੋਂ ਹਮਲਾ ਕੀਤਾ? 1962 ਵਿੱਚ। 33ਵਾਂ ਪ੍ਰਸ਼ਨ, ਸੰਯੁਕਤ ਰਾਸ਼ਟਰ ਦੀ ਸਥਾਪਨਾ ਕਦੋਂ ਹੋਈ? 24 ਅਕਤੂਬਰ 1945 ਨੂੰ। ਸ਼ਾਇਦ ਰਿਪੀਟ ਹੋ ਗਿਆ। 34ਵਾਂ, ਭਾਰਤੀ ਮਹਾਤਮਾ ਗਾਂਧੀ ਦੀ ਆਤਮ ਕਥਾ ਦਾ ਨਾਮ ਲਿਖੋ। ਮਾਈ ਐਕਸਪੈਰੀਮੈਂਟ ਵਿਦ ਟਰੁੱਥ, ਇਹ ਮਹਾਤਮਾ ਗਾਂਧੀ ਆਤਮ ਕਥਾ ਦਾ ਨਾਮ ਹੈ। ਸ਼ਾਸਨ ਉੱਤੇ 2 ਨਿਬੰਧ ਪੁਸਤਕ ਦਾ ਲੇਖਕ ਕੌਣ ਸੀ? ਇਹ ਜੌਨ ਲੌਕ ਨੇ ਲਿਖੀ ਹੈ ਬੁੱਕ, ਜੌਨ ਲੌਕ। ਰਾਜਨੀਤਿਕ ਪ੍ਰਣਾਲੀ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣ ਦੀ ਪ੍ਰਣਾਲੀ ਹੈ। ਕਿਸ ਨੇ ਕਿਹਾ? ਇਹ ਡੇਵਿਡ ਈਸਟਨ ਨੇ ਕਿਹਾ ਸੀ। ਡੇਵਿਡ ਈਸਟਨ ਨੇ ਕਿਹਾ ਸੀਗਾ ਬਈ ਰਾਜਨੀਤਿਕ ਪ੍ਰਣਾਲੀ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣ ਦਾ ਸਾਧਨ ਹੈ। ਅਗਲਾ ਪ੍ਰਸ਼ਨ ਹੈ 37ਵਾਂ ਪ੍ਰਸ਼ਨ, ਹੇਠ ਲਿਖੇ ਵਿਦਵਾਨਾਂ ਨੂੰ ਕਿਸ ਨੂੰ ਗਾਂਧੀ ਜੀ ਆਪਣਾ ਰਾਜਨੀਤਿਕ ਗੁਰੂ ਮੰਨਦੇ ਸਨ? ਗੋਪਾਲ ਕ੍ਰਿਸ਼ਨ ਗੋਖਲੇ ਨੂੰ ਮੰਨਦੇ ਸੀ। 38ਵਾਂ ਪ੍ਰਸ਼ਨ, 73ਵੀਂ ਸੰਵਿਧਾਨਕ ਸੋਧ ਅਧੀਨ ਕਿੰਨੇ ਪੱਧਰੀ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ ਹੈ? 3 ਪੱਧਰੀ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ ਹੈ। 39ਵਾਂ, ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਸਥਾਪਨਾ ਕਦੋਂ ਹੋਈ? CPIM ਦੀ ਸਥਾਪਨਾ ਜਿਹੜੀ ਹੈ 1964 ਵਿੱਚ ਹੋਈ। ਅਗਲਾ ਪ੍ਰਸ਼ਨ ਬੱਚਿਓ, ਭਾਰਤੀ ਵਿਦੇਸ਼ ਨੀਤੀ ਦੇ ਮੁੱਖ ਨਿਰਮਾਤਾ ਕੌਣ ਸਨ? ਭਾਰਤੀ ਵਿਦੇਸ਼ ਨੀਤੀ ਦੇ ਮੁੱਖ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ ਸਨ। 41ਵਾਂ ਪ੍ਰਸ਼ਨ, ਪੰਚਸ਼ੀਲ ਸਮਝੌਤੇ 'ਤੇ ਦਸਤਖਤ ਕਦੋਂ ਕੀਤੇ ਗਏ? 1954 ਵਿੱਚ। 42ਵਾਂ ਪ੍ਰਸ਼ਨ, ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਕੁੱਲ ਕਿੰਨੇ ਮੈਂਬਰ ਹਨ? 15, 5 ਪਰਮਾਨੈਂਟ ਅਤੇ 10 ਨਾਨ ਪਰਮਾਨੈਂਟ। 43ਵਾਂ ਪ੍ਰਸ਼ਨ, ਭਾਰਤ ਚੀਨ ਯੁੱਧ ਕਦੋਂ ਹੋਇਆ? 1962 ਵਿੱਚ। 44ਵਾਂ ਪ੍ਰਸ਼ਨ,
ਰਾਜ ਦੇ ਮੁਕਾਬਲੇ ਵਿੱਚ ਰਾਜਨੀਤਿਕ ਪ੍ਰਣਾਲੀ ਦਾ ਖੇਤਰ ਵਿਸ਼ਾਲ ਹੁੰਦਾ ਹੈ। ਇਹ ਅੰਤਰ ਆ ਗਿਆ ਰਾਜ ਤੇ ਰਾਜਨੀਤਿਕ ਪ੍ਰਣਾਲੀ ਵਾਲੇ ਪ੍ਰਸ਼ਨ ਦਾ। 45ਵਾਂ, ਭਾਰਤ ਦੇ ਸੰਯੁਕਤ ਰਾਸ਼ਟਰ ਦੀ ਉਪਨਿਵੇਸ਼ ਅਤੇ ਸਾਮਰਾਜਵਾਦ ਦੇ ਵਿਰੁੱਧ ਨੀਤੀ ਦਾ ਵਿਰੋਧ ਕੀਤਾ। ਸਹੀ ਹੈ ਜਾਂ ਗਲਤ? ਬਿਲਕੁਲ ਸਹੀ ਹੈ। 46ਵਾਂ, ਕਾਰਲ ਮਾਰਕਸ ਦਾਸ ਕੈਪੀਟਲ ਦਾ ਗ੍ਰੰਥ ਦਾ ਲੇਖਕ ਸੀ। ਸਹੀ ਹੈ ਜਾਂ ਗਲਤ? ਸਹੀ ਹੈ। ਉਹਦਾ ਸਹੀ ਆ ਗਿਆ। ਉਸ ਤੋਂ ਅਗਲਾ ਜਿਹੜਾ ਪ੍ਰਸ਼ਨ ਸੀ 47ਵਾਂ, ਭਾਰਤ ਨੇ ਸ਼ਿਮਲਾ ਸਮਝੌਤਾ ਕਿਸ ਦੇਸ਼ ਨਾਲ ਕੀਤਾ? ਪਾਕਿਸਤਾਨ ਨਾਲ ਕੀਤਾ, 1972 ਵਿੱਚ ਕੀਤਾ। 48ਵਾਂ ਪ੍ਰਸ਼ਨ, ਕਿਸ ਵਿਦਵਾਨ ਨੇ ਕਿਹਾ ਕਿ ਵਰਗਹੀਣ ਸਮਾਜ ਵਿੱਚ ਰਾਜ ਲੋਪ ਹੋ ਜਾਏਗਾ? ਕਾਰਲ ਮਾਰਕਸ ਨੇ। ਰਾਜਨੀਤਿਕ ਦਲ ਜਨਤਾ ਨੂੰ ਕਿਹੜੀ ਸਿੱਖਿਆ ਦਿੰਦੇ ਹਨ? ਰਾਜਨੀਤਿਕ ਸਿੱਖਿਆ। 50ਵਾਂ ਪ੍ਰਸ਼ਨ, ਸੰਵਿਧਾਨ ਦੀ ਕਿਹੜੀ ਸੋਧ ਅਧੀਨ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਕ ਮਾਨਤਾ ਪ੍ਰਦਾਨ ਕੀਤੀ ਗਈ ਹੈ? 73ਵੀਂ ਸੋਧ ਰਾਹੀਂ। 73ਵੀਂ ਸੋਧ ਰਾਹੀਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਕ ਮਾਨਤਾ ਦਿੱਤੀ ਗਈ। ਸੋ ਪਿਆਰੇ ਵਿਦਿਆਰਥੀਓ, ਇਹ 50 ਪ੍ਰਸ਼ਨ ਸੀ ਜਿਹੜੇ ਤੁਹਾਡੇ ਨਾਲ ਮੈਂ ਡਿਸਕਸ ਕੀਤੇ ਨੇ। ਸੋ ਮੈਨੂੰ ਆਸ ਹੈ ਕਿ ਤੁਸੀਂ ਇਹਨਾਂ ਤੋਂ ਜ਼ਰੂਰ ਫਾਇਦਾ ਉਠਾ ਪਾਓਗੇ। ਜੇਕਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰੇ ਲਾਈਵ ਲੈਕਚਰ ਚੰਗੇ ਲੱਗਦੇ ਨੇ, ਮੇਰੇ ਕਨਸੈਪਟ ਗੁਰੂ ਚੈਨਲ ਨੂੰ ਸਬਸਕ੍ਰਾਈਬ ਕਰਾਓ ਅਤੇ ਆਪਣੀ ਸਾਰੀਆਂ ਵੀਡੀਓਜ਼ ਜਿਹੜੀਆਂ ਨੇ +1 2 ਨਾਲ ਰਿਲੇਟਡ ਤੁਸੀਂ ਮੇਰੇ ਚੈਨਲ 'ਤੇ ਜ਼ਰੂਰ ਦੇਖੋ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ। ਥੈਂਕ ਯੂ ਵੈਰੀ ਮੱਚ। ਥੈਂਕ ਯੂ।